Hello everyone, welcome to Victor's Knowledge. This is Chinu Sharma. So today we are going to take up another important lecture on legal reasoning ਤੇ ਇਹਦੇ ਵਿੱਚ ਅੱਜ ਆਪਾਂ ਇੰਡੀਅਨ ਪੀਨਲ ਕੋਡ ਦੇ ਵਿੱਚ ਕਿਹੜੀਆਂ-ਕਿਹੜੀਆਂ ਮੇਨ ਪ੍ਰੋਵੀਜ਼ਨਸ ਤੁਸੀਂ ਤਿਆਰ ਕਰਨੀਆਂ ਨੇ ਪੰਜਾਬ ਪੁਲਿਸ ਸਬ ਇੰਸਪੈਕਟਰ ਕਾਂਸਟੇਬਲ ਐਗਜ਼ਾਮ ਦੇ ਲਈ ਨਾਲ ਹੀ ਜਿਹੜਾ ਇਹ ਲੈਕਚਰ ਹੈ PSSSB ਲੀਗਲ ਕਲਰਕ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਡਾਇਰੈਕਟਲੀ ਉੱਥੇ ਕ੍ਰਿਮੀਨਲ ਲਾਅ ਦੇ ਅੰਦਰ IPC ਜੋ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਸੋ ਇੱਕ ਤਾਂ ਆਪਾਂ ਮੇਨ ਪ੍ਰੋਵੀਜ਼ਨ ਦੇਖਾਂਗੇ ਉਸ ਤੋਂ ਬਾਅਦ MCQs ਦੀ ਫਾਰਮ ਦੇ ਵਿੱਚ ਆਪਾਂ ਕੁਝ ਕੁਐਸਚਨ ਦੇਖਾਂਗੇ ਸੋ ਨਾਓ ਲੈਟਸ ਗੈਟ ਸਟਾਰਟਡ So before beginning with our today's lecture, I would like to share important information regarding a course that I have launched for combined PSSSB exams ਜਿਵੇਂ exercise ਦਾ ਪੇਪਰ ਹੋ ਗਿਆ clerk ਦਾ ਹੋ ਗਿਆ ਜਾਂ forest guard ਦਾ even video ਕਿਉਂਕਿ ਆਪਾਂ ਨੂੰ ਪਤਾ ਹੈ ਕਿ almost same syllabus ਹੈ ਤੇ ਕੁਝ ਪੇਪਰ ਤਾਂ ਇਹੋ ਜਿਹੇ ਨੇ ਜਿਨ੍ਹਾਂ ਦਾ 100% exactly same syllabus ਹੈ ਸੋ ਇਹਦੇ ਲਈ ਮੈਂ ਇੱਕ ਕੰਬਾਈਨਡ ਕੋਰਸ ਲਾਂਚ ਕੀਤਾ ਹੋਇਆ ਹੈ ਇਹ ਸਾਰੀਆਂ ਡਿਟੇਲਸ ਨੇ ਕੋਰਸ ਦੀਆਂ ਤੁਹਾਨੂੰ ਨੋਟਸ ਮਿਲ ਰਹੇ ਨੇ ਵੀਡੀਓ ਲੈਕਚਰ ਮਿਲ ਰਹੇ ਨੇ MCQs ਦੈਨ ਆਲਸੋ ਤੁਹਾਨੂੰ ਕਰੰਟ ਅਫੇਅਰ ਮਿਲ ਰਹੇ ਨੇ ਪਿਛਲੇ ਸਾਲ ਜੁਲਾਈ 2021 ਤੋਂ ਸ਼ੁਰੂ ਹੋ ਕੇ ਜਦੋਂ ਤੱਕ ਪੇਪਰ ਹੋਣਗੇ ਤੇ ਟਾਰਗੇਟ ਮੰਥ ਮੈਂ ਰੱਖਿਆ ਹੋਇਆ ਨਵੰਬਰ ਕਿਉਂਕਿ ਕਾਫੀ ਸਾਰੇ ਸਟੂਡੈਂਟਸ ਨੇ ਜਿਹੜੇ ਨਵੰਬਰ ਦੇ ਵਿੱਚ ਕੋਆਪਰੇਟਿਵ ਇਨਸਪੈਕਟਰ ਐਗਜ਼ਾਮ ਵੀ ਦੇਣ ਜਾ ਰਹੇ ਨੇ ਸੋ ਉਹਦੇ ਲਈ ਵੀ ਹੈਲਪਫੁਲ ਰਹੂਗਾ ਕੋਰਸ ਤੁਹਾਡੇ ਲਈ ਕਰੰਟ ਅਫੇਅਰ ਤੁਹਾਨੂੰ ਮਿਲਣਗੇ ਨਵੰਬਰ 2022 ਤੱਕ ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੇ ਸਟੂਡੈਂਟ ਇਸ ਕੰਪਲੀਟ ਕੋਰਸ ਨੂੰ ਬਾਏ ਕਰਨਗੇ ਫਿਊਚਰ ਦੇ ਵਿੱਚ ਜਦੋਂ ਵੀ ਮੈਂ ਕੋਈ ਵਿਕਟਰਸ ਨੌਲੇਜ ਪਲੇਟਫਾਰਮ ਤੋਂ ਪੇਡ ਕੋਰਸ ਲਾਂਚ ਕਰੂੰਗੀ ਜਾਂ ਕੋਈ ਨੋਟਸ ਮੌਕ ਟੈਸਟ ਹਰ ਮਟੀਰੀਅਲ ਤੁਹਾਨੂੰ 100% ਫ੍ਰੀ ਮਿਲੂਗਾ ਤੁਸੀਂ ਸਿਰਫ ਇਹ ਇੱਕ ਕੋਰਸ ਬਾਏ ਕਰਨਾ ਹੈ ਜਿੰਨੇ ਬਾਕੀ ਕੋਰਸ ਨੇ ਬਾਕੀ ਨੋਟਸ ਨੇ ਮੌਕ ਟੈਸਟ ਨੇ ਸਭ ਕੁਝ ਤੁਹਾਡੇ ਲਈ ਫ੍ਰੀ ਹੋਊਗਾ ਫॉर all times to come ਬਾਕੀ ਜੇ ਤੁਹਾਡੀ ਕੋਈ ਹੋਰ ਕੁਐਰੀ ਹੈ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ on legalvictor02896@gmail.com so before beginning with our today's topic on IPC ਤੁਹਾਨੂੰ ਪਤਾ ਹੈ ਕਿ ਐਡਵੋਕੇਟ ਐਕਟ ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ ਲੀਗਲ ਰੀਜ਼ਨਿੰਗ ਦੇ ਅੰਦਰ ਐਡਵੋਕੇਟ ਐਕਟ ਦਾ ਇੱਕ ਇੰਪੋਰਟੈਂਟ ਸੈਕਸ਼ਨ ਮਿਸ ਹੋ ਗਿਆ ਸੀ ਸੋ ਉਹ ਸੈਕਸ਼ਨ ਤੁਸੀਂ ਐਡ ਕਰ ਲੈਣਾ ਉਸ ਟੌਪਿਕ ਦੇ ਨਾਲ that is section 32 ਸੈਕਸ਼ਨ 32 ਕੋਰਟ ਨੂੰ ਇੱਕ ਇੰਪੋਰਟੈਂਟ ਪਾਵਰ ਦਿੰਦਾ ਹੈ ਕਿ ਜੇ ਕੋਈ ਕੋਰਟ ਚਾਹੇ ਤਾਂ ਉਹ ਕੋਈ ਸਪੈਸ਼ਲ ਪਰਸਨ ਨੂੰ ਕਿਸੇ ਪਾਰਟਿਕੂਲਰ ਕੇਸ ਦੇ ਵਿੱਚ ਜੋ ਇਨਸਾਨ ਇੱਕ ਐਡਵੋਕੇਟ ਨਹੀਂ ਹੈ ਜੋ ਵਕੀਲ ਨਹੀਂ ਹੈ ਜਿਹਨੇ ਆਪਣੇ ਆਪ ਨੂੰ ਐਨਰੋਲ ਨਹੀਂ ਕਰਵਾਇਆ ਕਿਸੇ ਸਟੇਟ ਬਾਰ ਕਾਉਂਸਲ 'ਚ ਉਹਨੂੰ ਵੀ ਪਰਮਿਸ਼ਨ ਮਿਲ ਸਕਦੀ ਹੈ ਕੋਈ ਪਾਰਟਿਕੂਲਰ ਕੇਸ ਜੇ ਕੋਈ ਆਪ ਪੇਸ਼ ਕਰਨਾ ਚਾਹੇ ਕੋਰਟ ਦੇ ਅੱਗੇ So notwithstanding anything contained in this chapter, any court, authority or person may permit any person, con person not enrolled as an advocate under this act to appear before it or him in any particular case. So एक exception है enrollment दी qualifications दी section 32 तुसी याद रखना है Also, if you're visiting my channel for the first time, then please do subscribe to it, share it with your friends and family. So moving further with our today's topic, Indian Penal Code. ਸਭ ਤੋਂ ਪਹਿਲਾਂ ਤਾਂ ਇਹਦਾ ਸਾਲ 1860 ਯਾਦ ਰੱਖਣਾ ਕੁੱਲ ਇਹਦੇ ਅੰਦਰ 23 ਚੈਪਟਰ ਨੇ 511 ਸੈਕਸ਼ਨ ਨੇ ਅਸੈਂਟ ਮਿਲੀ ਸੀ ਇਸ ਨੂੰ ਪਾਸ ਕੀਤਾ ਗਿਆ ਸੀ ਗਵਰਨਰ ਜਨਰਲ ਦੇ ਦੁਆਰਾ 6 ਅਕਤੂਬਰ 1860 ਇਹ ਡੇਟ ਬਹੁਤ ਇੰਪੋਰਟੈਂਟ ਹੈ ਤੇ ਜਿਹੜਾ ਇੰਡੀਅਨ ਪੀਨਲ ਕੋਡ ਦਾ ਡਰਾਫਟ ਤਿਆਰ ਕੀਤਾ ਸੀ ਉਹ ਡਰਾਫਟ ਤਿਆਰ ਕੀਤਾ ਸੀ ਲਾਰਡ ਮਕੌਲੇ ਨੇ ਇਹ ਡਾਇਰੈਕਟਲੀ ਨਾਮ ਪੇਪਰ ਚ ਆਉਂਦਾ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਸੋ ਨੈਕਸਟ ਹੁਣ ਸਭ ਤੋਂ ਪਹਿਲਾਂ ਮੈਂ MCQ ਸਟਾਰਟ ਕਰਨ ਤੋਂ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਜੇ ਤੁਸੀਂ ਡੀਟੇਲ ਵਿੱਚ ਕਰਨਾ ਹੈ ਵੈਸੇ ਤਾਂ ਕਿਉਂਕਿ ਇਹਦੇ ਵਿੱਚ ਆਪਾਂ ਸਿਰਫ ਇੱਕ ਕੁਐਸਚਨ ਹੀ ਐਕਸਪੈਕਟ ਕਰ ਸਕਦੇ ਹਾਂ ਕਿ IPC ਨਾਲ ਪਾਰਟਿਕੂਲਰ ਰਿਲੇਟਡ ਇੱਕ ਕੁਐਸਚਨ ਆਊਗਾ ਸੋ ਉਹ ਕੁਐਸਚਨ MCQ ਦੇ ਵਿੱਚ ਹੀ ਕਵਰ ਹੋ ਜਾਊਗਾ ਬਟ ਸਟਿਲ ਜੇ ਕੋਈ ਸਟੂਡੈਂਟ ਡੀਟੇਲ ਤਿਆਰੀ ਕਰਨਾ ਚਾਹੁੰਦਾ ਤਾਂ ਉਹਦੇ ਲਈ 511 ਦੇ 511 ਸੈਕਸ਼ਨ ਤਿਆਰ ਕਰਨੇ ਡਿਫਿਕਲਟ ਨੇ ਜੇ ਸਟੂਡੈਂਟ ਲਾਅ ਬੈਕਗ੍ਰਾਉਂਡ ਤੋਂ ਨਹੀਂ ਹੈ ਸੋ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਤੁਸੀਂ ਮੇਨ ਕਿਹੜੇ-ਕਿਹੜੇ ਸੈਕਸ਼ਨ ਪੜ੍ਹ ਸਕਦੇ ਹੋ IPC ਦੇ ਵਿੱਚੋਂ ਸੋ ਚੈਪਟਰ 1 ਦੇ ਅੰਦਰ ਇੰਟਰੋਡਕਸ਼ਨ ਆ ਇਹ ਦੇਖ ਸਕਦੇ ਹੋ ਸੈਕਸ਼ਨ 1 ਤੋਂ ਲੈ ਕੇ 4 ਇਹਦੇ ਵਿੱਚ ਐਕਸਟੈਂਡ ਐਪਲੀਕੇਬਿਲਿਟੀ ਉਹ ਸਾਰੀਆਂ ਚੀਜ਼ਾਂ ਨੇ ਚੈਪਟਰ 2 ਦੇ ਅੰਦਰ ਹੈ ਜਨਰਲ ਐਕਸਪਲੇਨੇਸ਼ਨ ਜਿਹਨੂੰ ਆਪਾਂ ਡੈਫੀਨੇਸ਼ਨਸ ਕਹਿ ਦਿੰਦੇ ਆ ਇੰਟਰਪ੍ਰੀਟੇਸ਼ਨ ਵਰਡਸ ਦੀ ਉਹ ਸਾਰੀਆਂ ਡੈਫੀਨੇਸ਼ਨ मीनिंग ਤੁਹਾਨੂੰ ਮਿਲ ਜਾਣਗੇ ਵਰਡਸ ਦੇ ਜਨਰਲ ਐਕਸਪਲੇਨੇਸ਼ਨ ਦੇ ਚੈਪਟਰ 2 ਦੇ ਅੰਦਰ ਇਹਦੇ ਵਿੱਚੋਂ ਵੀ ਤੁਸੀਂ ਜ਼ਿਆਦਾ ਇੰਪੋਰਟੈਂਟ ਕਿਹੜੇ ਸੈਕਸ਼ਨ ਕਰਨੇ ਨੇ ਪੰਜਾਬ ਪੁਲਿਸ ਐਗਜ਼ਾਮ ਦੇ ਲਈ ਉਹ ਮੈਂ ਮੈਂਸ਼ਨ ਕੀਤੇ ਹੋਏ ਨੇ ਦੈਨ ਚੈਪਟਰ 3 ਦੇ ਅੰਦਰ ਨੇ ਡਿਫਰੈਂਟ ਪਨਿਸ਼ਮੈਂਟਸ
फाइन कित्थे लगूगा, सॉलिटरी कन्फाइनमेंट कित्थे होगी, इंप्रिजनमेंट किवें दी है, सिंपल केड़ी हुंदी आ, रिगरस केड़ी हुंदी आ। सो ओदे लई इह 3 सैक्शन इंपॉर्टेंट ने। चैप्टर 4 गल करदा एक्सैप्शन दी। एक्सैप्शन वाला चैप्टर अपने आप विच बहुत इंपॉर्टेंट है। एक्सैप्शन का मतलब है किहड़े केस ने जिथे एक इंसान नू क्रिमिनल लॉ दे अंदर चाहे कोई क्राइम कर रहा है फिर भी सजा नहीं मिलूगी। ਇਹਦੇ सैक्शन 76 ਤੋਂ 106 ਨੇ। ਜਿਵੇਂ ਆਪਾਂ ਪ੍ਰਾਈਵੇਟ ਡਿਫੈਂਸ ਦੀ ਗੱਲ ਕਰਦੇ ਆ ਤਾਂ ਉਹ ਸਾਰੀਆਂ ਚੀਜ਼ਾਂ ਚੈਪਟਰ 4 ਦੇ ਅੰਦਰ ਨੇ। ਚੈਪਟਰ 5 ਇੰਪੋਰਟੈਂਟ ਹੈ ਅਬੈਟਮੈਂਟ 107 ਤੋਂ ਲੈ ਕੇ 120। ਜੇ ਕੋਈ ਕਿਸੇ ਨੂੰ ਉਕਸਾ ਰਿਹਾ ਕਿਸੇ ਵੀ ਕ੍ਰਾਈਮ ਦੇ ਲਈ ਤਾਂ ਉਹਨੂੰ ਕਿਵੇਂ ਕਿਵੇਂ ਦੀ ਸਜ਼ਾ ਹੋਊਗੀ, ਕਿਹੜੇ ਕਿਹੜੇ ਕੇਸਿਸ ਨੇ। ਚੈਪਟਰ 5 ਇਹ ਗੱਲ ਕਰਦਾ ਕ੍ਰਿਮੀਨਲ ਕਨਸਪੀਰੇਸੀ ਤੇ ਪੰਜਾਬ ਪੁਲਿਸ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ 2 ਸੈਕਸ਼ਨ ਨੇ 120A ਤੇ 120B। ਚੈਪਟਰ 6 ਹੈ ਜਿਹੜਾ ਉਹਦੇ ਅੰਦਰ ਨੇ ਸਟੇਟ ਦੇ ਅਗੇਂਸਟ, ਸਰਕਾਰ ਦੇ ਅਗੇਂਸਟ ਜੇ ਕੋਈ ਅਫੈਂਸ ਕਰ ਰਿਹਾ ਹੈ ਇਹਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਇਹ 2 ਸੈਕਸ਼ਨ ਨੇ ਜਿਨ੍ਹਾਂ ਉੱਤੇ ਬਾਰ-ਬਾਰ ਕੁਐਸਚਨ ਆਉਂਦੇ ਨੇ। ਦੇਸ਼ ਧਰੋਹ ਦਾ ਮਾਮਲਾ ਕਿੱਥੇ ਲੱਗੂਗਾ, ਸੈਡੀਸ਼ਨ ਕੀ ਹੈ, ਇਹ ਸਾਰੀਆਂ ਚੀਜ਼ਾਂ ਇਸ ਚੈਪਟਰ ਦੇ ਅੰਦਰ ਨਹੀਂ। ਫਿਰ ਹੈ ਚੈਪਟਰ 8, ਕੋਈ ਸ਼ਾਂਤੀ ਭੰਗ ਕਰ ਰਿਹਾ ਤਾਂ ਉਹਨੂੰ ਕਿਸ ਟਾਈਪ ਦੀ ਸਜ਼ਾ ਮਿਲੂਗੀ। ਉਸ ਤੋਂ ਬਾਅਦ ਹੈ ਚੈਪਟਰ 9 offense crime against to public services section 166 166A B। ਜਿੰਨੇ ਵੀ ਮੈਂ ਮੇਨ ਹਾਈਲਾਈਟ ਕੀਤੇ ਨੇ ਸੈਕਸ਼ਨ ਇਹ ਸਾਰੇ ਜ਼ਿਆਦਾਤਰ ਉਹ ਨੇ ਜਿਹੜੇ ਤੁਸੀਂ ਜੇ ਪੁਲਿਸ ਸਰਵਿਸਿਜ਼ ਜਾਣਦੇ ਹੋ ਤਾਂ ਤੁਹਾਨੂੰ ਵੈਸੇ ਵੀ ਪਤਾ ਹੋਣੇ ਚਾਹੀਦੇ ਨੇ। ਸੋ ਇਹ ਪਾਰਟਿਕੂਲਰਲੀ ਜਿਹੜੇ ਸਟੇਟ ਨਾਲ, ਗਵਰਨਮੈਂਟ ਨਾਲ, ਪੁਲਿਸ ਨਾਲ ਰਿਲੇਟਡ ਸੈਕਸ਼ਨ ਨੇ ਉਹ ਸਾਰੇ ਨੇ। ਚੈਪਟਰ 10 ਗੱਲ ਕਰਦਾ ਕੰਟੈਂਪਟ ਦੀ। ਜੇ ਕੋਈ ਕੋਰਟ ਦੇ ਕਿਸੇ ਲਾਅ ਦੀ, ਆਫੀਸ਼ੀਅਲ ਦੀ ਡਿਸਰਿਸਪੈਕਟ ਕਰਦਾ, ਓਬੇ ਨਹੀਂ ਕਰਦਾ ਕੋਰਟ ਦੀ ਕੋਈ ਡਿਸੀਜਨ ਨੂੰ, ਜਜਮੈਂਟ ਨੂੰ ਮੰਨਦਾ ਨਹੀਂ ਤਾਂ ਉਹਨੂੰ ਕੀ ਸਜ਼ਾ ਹੋਊਗੀ। ਚੈਪਟਰ 11 ਫਾਲਸ ਐਵੀਡੈਂਸ, ਜੇ ਕੋਈ ਗਲਤ ਐਵੀਡੈਂਸ ਦੇ ਰਿਹਾ ਹੈ ਕੋਰਟ ਵਿੱਚ, ਸੈਕਸ਼ਨ 191 ਵੈਰੀ ਇੰਪੋਰਟੈਂਟ। ਉਸ ਤੋਂ ਅਗਲਾ ਹੈ ਚੈਪਟਰ 14 offense affecting public health, decency, safety, moral। then ਚੈਪਟਰ 15 ਜੇ ਕੋਈ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾ ਰਿਹਾ ਤਾਂ 295 295A 96 ਇਹ ਵੀ ਬਹੁਤ ਇੰਪੋਰਟੈਂਟ ਹੈ ਐਗਜ਼ਾਮ ਲਈ। ਉਸ ਤੋਂ ਅੱਗੇ ਆ ਜਾਂਦਾ ਹੈ ਚੈਪਟਰ 16 offense crime against human body, ਸਭ ਤੋਂ ਜ਼ਰੂਰੀ ਜਿਹਦੇ ਅੰਦਰ ਮਰਡਰ, ਸੁਸਾਈਡ, ਅਟੈਂਪਟ ਟੂ ਮਰਡਰ ਇਹ ਸਾਰੀਆਂ ਚੀਜ਼ਾਂ ਨੇ, ਹਰਟ, ਗ੍ਰੀਵੀਅਸ ਹਰਟ। ਸੋ ਇਹ ਸਾਰੀਆਂ ਧਾਰਾਵਾਂ ਤੁਸੀਂ ਦੇਖਣੀਆਂ ਨੇ। ਦੈਨ ਰੇਪ ਹੋ ਗਿਆ, ਸੋਡੋਮੀ, ਇਹ ਸਾਰੇ ਕੇਸਿਸ ਉਸ ਚੀਜ਼ ਨਾਲ ਡੀਲ ਕਰਦੇ ਨੇ। ਹਿਊਮਨ ਬੋਡੀ ਦੇ ਅਗੇਂਸਟ ਜੇ ਕੋਈ ਅਪਰਾਧ ਕਰਦਾ ਤਾਂ ਉਹਦੇ ਲਈ ਹੈ ਚੈਪਟਰ 16 ਤੇ ਸਾਰੇ ਸੈਕਸ਼ਨ, ਪਾਰਟਿਕੂਲਰਲੀ ਇੱਕ ਤਾਂ ਜਿਹੜੇ 299 ਤੋਂ 309 ਤੱਕ ਦੇ ਨੇ, 319 ਤੋਂ 338 ਤੇ ਉਸ ਤੋਂ ਬਾਅਦ 375 ਤੋਂ 377 ਇਹ ਸਾਰੇ ਸੈਕਸ਼ਨ ਰੇਪ ਨਾਲ ਨੇ। ਗੈਂਗ ਰੇਪ ਦਾ ਹੋ ਗਿਆ 376D। ਸੋ ਇਹ ਸਾਰੇ ਤੁਸੀਂ ਤਿਆਰ ਕਰਨੇ ਨੇ। offense against property ਚੈਪਟਰ 17। ਚੈਪਟਰ 20 ਦੇ ਅੰਦਰ ਹੈ ਮੈਰਿਜ ਦੇ ਅਗੇਂਸਟ। ਇਹ ਵੀ ਪੇਪਰ ਦੇ ਵਿੱਚ ਡਾਇਰੈਕਟਲੀ ਲੀਗਲ ਰੀਜ਼ਨਿੰਗ ਦੇ ਅੰਦਰ ਜਾਂ ਫਿਰ ਜਿਹੜਾ ਆਪਾਂ ਨੂੰ ਪਤਾ ਹੈ ਵਲਨਰੇਬਲ ਸੈਕਸ਼ਨ ਦਾ ਇੱਕ ਟੌਪਿਕ ਹੈ ਸਬ ਇੰਸਪੈਕਟਰ ਦੇ ਅੰਦਰ, ਉਹਦੇ ਚ ਵਿਮਨ ਆਉਂਦੀ ਆ। ਸੋ ਵਿਮਨ ਦੇ ਅਗੇਂਸਟ ਕਿਹੜੇ ਅਪਰਾਧ ਹੁੰਦੇ ਨੇ ਉਹਨਾਂ ਦੇ ਲਈ 20 ਤੇ 20A ਇਹ 2 ਚੈਪਟਰ ਡੀਲ ਕਰਦੇ ਨੇ ਪਾਰਟਿਕੂਲਰਲੀ। ਸੋ 494 ਸੌਰੀ ਇਹਦੇ ਅੰਦਰ ਜਿਵੇਂ ਬਿਗੇਮੀ ਹੈ, ਕੋਈ ਆਲਰੇਡੀ ਕਿਸੇ ਦੀ ਵਾਈਫ ਹੈ ਤੇ ਉਹ ਦੂਜਾ ਵਿਆਹ ਕਰਵਾ ਰਿਹਾ ਤਾਂ ਉਹਦਾ ਕੀ ਅਪਰਾਧ ਬਣਦਾ। ਜੇ ਹਸਬੈਂਡ ਜਾਂ ਉਹਦੇ ਕੋਈ ਪਰਿਵਾਰ ਵਾਲੇ ਕ੍ਰੂਐਲਿਟੀ ਕਰਦੇ ਨੇ ਤਾਂ 498 ਇਹ ਧਾਰਾ ਲੱਗਦੀ ਹੈ। ਨੈਕਸਟ ਇਜ਼ ਚੈਪਟਰ ਨੰਬਰ 21 ਡੈਫੇਮੇਸ਼ਨ। ਡੈਫੇਮੇਸ਼ਨ ਦਾ ਮਤਲਬ ਹੈ ਕਿਸੇ ਦੀ ਲਿਖਤੀ ਰੂਪ ਵਿੱਚ ਬੋਲ ਕੇ ਬਦਨਾਮੀ ਕਰਨੀ, ਰੈਪੂਟੇਸ਼ਨ ਨੂੰ ਹਾਰਮ ਪਹੁੰਚਾਉਣਾ, ਇੰਜੂਰ ਕਰਨਾ। ਇਹਦੇ ਲਈ ਹੈ ਸੈਕਸ਼ਨ 499। ਉਸ ਤੋਂ ਬਾਅਦ ਹੈ ਚੈਪਟਰ ਨੰਬਰ 22 ਕ੍ਰਿਮੀਨਲ ਇੰਟੀਮੀਡੇਸ਼ਨ, ਕਿਸੇ ਦੀ ਇਨਸਲਟ ਕਰਨੀ, ਐਨੋਏ ਕਰਨਾ ਕਿਸੇ ਨੂੰ। ਲਾਸਟ ਹੈ ਚੈਪਟਰ 23। ਇਹਦੇ ਵਿੱਚ ਆਉਂਦਾ ਜੇ ਕੋਈ ਅਟੈਂਪਟ ਕਰ ਰਿਹਾ, ਕੋਸ਼ਿਸ਼ ਕਰ ਰਿਹਾ ਕਿਸੇ ਵੀ ਇਹੋ ਜਿਹੇ offense ਦੀ ਜਿਹਦੀ ਐਜ਼ ਸੱਚ ਸਜ਼ਾ IPC ਦੀ ਕਿਸੇ ਹੋਰ ਧਾਰਾ ਦੇ ਅੰਦਰ ਨਹੀਂ ਹੈ ਤਾਂ ਉਹਨੂੰ 511 ਦੇ ਅੰਦਰ ਅਟੈਂਪਟ ਦੇ ਲਈ ਚਾਰਜ ਕੀਤਾ ਜਾਊ। ਕੋਈ ਪਰਸਨ ਕੋਈ ਕ੍ਰਾਈਮ ਕਰਦਾ ਤਾਂ ਉਸ ਚੀਜ਼ ਦੀ ਜੂਰਿਸਡਿਕਸ਼ਨ ਕਿਹਦੇ ਉੱਤੇ ਆਧਾਰਿਤ ਹੁੰਦੀ ਹੈ, ਉਹਦੀ ਸੁਣਵਾਈ ਕਿੱਥੇ ਹੋਊ, ਕੇਸ ਕਿੱਥੇ ਦਰਜ ਹੋਊਗਾ। ਸੋ ਜਨਰਲ ਪ੍ਰਿੰਸੀਪਲ ਹੈ ਕ੍ਰਿਮੀਨਲ ਲਾਅ ਦਾ ਕਿ ਜਿੱਥੇ ਕ੍ਰਾਈਮ ਹੋਇਆ ਉਹ ਕ੍ਰਾਈਮ ਕਿਹੜੇ ਲੋਕਲ ਏਰੀਆ ਪੁਲਿਸ ਸਟੇਸ਼ਨ ਦੀ ਜੂਰਿਸਡਿਕਸ਼ਨ ਚ ਆਉਂਦਾ, ਉੱਥੇ ਹੀ ਸਾਰੀ ਕ੍ਰਾਈਮ ਦੀ ਜਿਹੜੀ ਇਨਵੈਸਟੀਗੇਸ਼ਨ ਹੈ, ਫਿਰ ਕੇਸ ਦਰਜ ਹੋਣਾ, FIR ਹੋਣਾ, ਉਹ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਹੋਊਗੀ। ਸੋ ਪਲੇਸ ਆਫ ਕਮਿਸ਼ਨ ਆਫ ਕ੍ਰਾਈਮ ਵਿਦਿਨ ਲੋਕਲ ਏਰੀਆ ਆਫ ਸੱਚ ਜੂਰਿਸਡਿਕਸ਼ਨ। ਅਗਲਾ ਕੁਐਸਚਨ ਹੈ ਇੰਡੀਅਨ ਪੀਨਲ ਕੋਡ 1860 ਦਾ
ਡਰਾਫਟ ਕਿਨੇ ਤਿਆਰ ਕੀਤਾ ਸੀ? ਇਹ ਅੱਜ ਦੇ ਲੈਕਚਰ ਵਿੱਚ ਆਪਾਂ ਨੇ ਸਟਾਰਟਿੰਗ ਵਿੱਚ ਹੀ ਕੀਤਾ ਹੈ। ਡਰਾਫਟ ਤਿਆਰ ਕੀਤਾ ਸੀ ਲਾਰਡ ਮਕੌਲੇ, ਆਪਸ਼ਨ ਸੀ। ਇੰਡੀਅਨ ਪੀਨਲ ਕੋਡ ਟੋਟਲ ਕਿੰਨੇ ਭਾਗਾਂ 'ਚ ਕਿੰਨੇ ਸੈਕਸ਼ਨਾਂ 'ਚ ਡਿਵਾਈਡਡ ਹੈ? ਵੈਰੀ ਵੈਰੀ ਇੰਪੋਰਟੈਂਟ। ਟੋਟਲ 23 ਚੈਪਟਰ ਨੇ, 511 ਸੈਕਸ਼ਨ ਨੇ। ਲਾਗੂ ਕਦੋਂ ਤੋਂ ਹੋਇਆ? ਇਫੈਕਟ ਦੇ ਵਿੱਚ ਕਦੋਂ ਆਇਆ? ਸੋ ਜਿਸ ਦਿਨ ਤੋਂ ਅਸੈਂਟ ਮਿਲੀ ਹੈ 6 ਅਕਤੂਬਰ 1860, ਆਪਸ਼ਨ ਏ। ਨੈਕਸਟ ਇਜ਼ ਵੈਰੀ ਇੰਪੋਰਟੈਂਟ ਕੁਐਸਚਨ, ਇੰਡੀਅਨ ਪੀਨਲ ਕੋਡ ਅਪਲਾਈ ਕਿੱਥੇ ਕਿੱਥੇ ਹੁੰਦਾ? ਸੋ ਹੁਣ ਇਹ ਪੂਰੇ ਭਾਰਤ ਉੱਤੇ ਅਪਲਾਈ ਹੁੰਦਾ ਇਨਕਲੂਡਿੰਗ ਸਟੇਟ ਆਫ ਜੰਮੂ ਕਸ਼ਮੀਰ। 2019 ਦੇ ਵਿੱਚ ਅਨੁਛੇਦ 370 ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਅਫੀਸ਼ੀਅਲੀ ਭਾਰਤ ਦਾ ਹਿੱਸਾ ਕਰਾਰਿਆ ਗਿਆ। ਉਸ ਦਿਨ ਤੋਂ ਬਾਅਦ ਇੰਡੀਅਨ ਪੀਨਲ ਕੋਡ ਹੋ ਗਿਆ, ਕੋਈ ਹੋਰ ਲਾਅ ਹੋ ਗਿਆ, ਜਿਹੜੇ ਵੀ ਐਕਸਕਲੂਡਡ ਸੀ, ਜਿਨ੍ਹਾਂ ਉੱਤੇ ਵੀ ਜੰਮੂ ਕਸ਼ਮੀਰ ਦੀ ਐਪਲੀਕੇਸ਼ਨ ਨਹੀਂ ਸੀ, ਹੁਣ ਉਹ ਸਾਰਿਆਂ ਉੱਤੇ ਜੋ ਭਾਰਤ ਬਾਕੀ ਸਾਰੇ ਭਾਰਤ ਦੇ ਲਈ ਲਾਅ ਬਣਿਆ ਉਹ ਜੰਮੂ ਕਸ਼ਮੀਰ ਉੱਤੇ ਵੀ ਅਪਲਾਈ ਹੋਊਗਾ। ਸੋ ਹੋਲ ਆਫ ਇੰਡੀਆ ਇਨਕਲੂਡਿੰਗ ਦ ਸਟੇਟ ਆਫ ਜੰਮੂ ਕਸ਼ਮੀਰ। ਅਗਲਾ ਕੁਐਸਚਨ ਹੈ XYZ ਇੱਕ ਪਰਸਨ ਹੈ, ਉਹਦੇ ਕੋਲ ਬਹੁਤ ਸਾਰਾ ਖਾਣਾ, ਕੋਈ ਭਿਖਾਰੀ ਹੈ, ਉਹਨੂੰ ਬਹੁਤ ਭੁੱਖ ਲੱਗੀ ਹੈ, ਉਹਦੇ ਤੋਂ ਕੁਝ ਖਾਣਾ ਮੰਗ ਰਿਹਾ। ਹੁਣ ਜੇ XYZ ਉਹਨੂੰ ਖਾਣਾ ਨਹੀਂ ਦੇ ਰਿਹਾ, ਕੀ ਇਹ ਕੋਈ ਅਪਰਾਧ ਹੈ? ਸੋ ਇਹਦਾ ਆਨਸਰ ਹੈ ਨੋ ਆਫੈਂਸ। ਮੋਰਲੀ ਰੋਂਗ ਹੋ ਸਕਦਾ ਹੈ, ਪਰ ਕਿਸੇ ਭੁੱਖੇ ਨੂੰ ਖਾਣਾ ਨਾ ਦੇਣਾ ਇਹ ਕੋਈ ਅਪਰਾਧ ਨਹੀਂ ਹੈ। this could be morally wrong but this is not illegal thing, so no offense, option D। next ਹੈ X ਧਮਕੀ ਦੇ ਰਿਹਾ Y ਨੂੰ ਕਿ ਮੈਂ ਤੇਰੇ ਖਿਲਾਫ ਕੋਈ ਡੈਫਾਮੇਟਰੀ ਚੀਜ਼ ਹੈ ਜਿਹਦੇ ਨਾਲ ਤੇਰੀ ਰੈਪੂਟੇਸ਼ਨ ਖਰਾਬ ਹੋਊਗੀ, ਉਹਨੂੰ ਪਬਲਿਸ਼ ਕਰੂੰਗਾ ਜੇ ਤੂੰ ਮੈਨੂੰ ਪੈਸੇ ਨਾ ਦਿੱਤੇ। he thus induce Y to give him money। Y ਨੂੰ ਉਕਸਾ ਰਿਹਾ ਕਿ ਉਹਨੂੰ ਪੈਸਾ ਦੇਵੇ, ਨਹੀਂ ਤਾਂ ਉਹਦੇ ਖਿਲਾਫ ਕੁਝ ਡੈਫਾਮੇਟਰੀ ਚੀਜ਼ ਛਾਪ ਦੂਗਾ। X ਉਰੇ ਕਿਹੜਾ ਆਫੈਂਸ ਕਰ ਰਿਹਾ? ਕਿਸੇ ਨੂੰ ਕਿਸੇ ਚੀਜ਼ ਦਾ ਦਬਾਅ ਦੇ ਕੇ ਪੈਸਾ ਲੈਣਾ, ਕੋਈ ਵੈਲਿਊਏਬਲ ਚੀਜ਼ ਦੀ ਮੰਗ ਕਰਨੀ, ਇਸ ਕ੍ਰਾਈਮ ਨੂੰ ਕਿਹਾ ਜਾਂਦਾ ਹੈ ਐਕਸਟੋਰਸ਼ਨ, ਆਪਸ਼ਨ ਡੀ। ਕ੍ਰਿਮੀਨਲ ਕਨਸਪੀਰੇਸੀ ਇੱਕ ਅਗਰੀਮੈਂਟ ਹੈ ਦੋ ਜਾਂ ਦੋ ਤੋਂ ਜ਼ਿਆਦਾ ਪਰਸਨਸ ਦਾ ਕਿਸ ਚੀਜ਼ ਲਈ? ਕ੍ਰਿਮੀਨਲ ਕਨਸਪੀਰੇਸੀ ਦਾ ਮਤਲਬ ਹੈ ਜਦੋਂ ਤੁਸੀਂ ਕੋਈ ਇਲੀਗਲ ਐਕਟ ਕਰਨ ਦੇ ਲਈ ਇਕੱਠੇ ਹੁੰਨੇ ਹੋ। So do or cause to be done an illegal act or an act which is not illegal by illegal means। Next है इंडियन पीनल कोड ਦੇ ਅੰਦਰ total exceptions ਕਿੰਨੀਆਂ ਨੇ? So chapter 4 ਦੇ ਅੰਦਰ ਨੇ general exception ਤੇ total ਨੇ 7, option A। An affray must place in a dash place only। So affray must take place in a public place। ਐਫਰੇ ਦਾ ਮਤਲਬ ਹੈ ਜਦੋਂ ਕੋਈ ਸੜਕ ਤੇ ਪਬਲਿਕਲੀ ਕਿਤੇ ਲੜਾਈ ਝਗੜਾ ਕਰਦਾ ਤੇ ਇਹਦੇ ਲਈ ਘੱਟੋ ਘੱਟ 2 ਜਾਣਿਆਂ ਦਾ ਹੋਣਾ ਜ਼ਰੂਰੀ ਹੈ, ਇਹ ਵੀ ਚੀਜ਼ ਇੰਪੋਰਟੈਂਟ ਹੈ। 11ਵਾਂ ਕੁਐਸਚਨ ਹੈ an offense punishable with fine only, so that is option D, public nuisance। nothing is an offense which is done। so ਇਹਨਾਂ ਚਾਰਾਂ ਦੇ ਵਿੱਚੋਂ ਕੌਣ ਹੈ ਜਿਹਨੂੰ ਕ੍ਰਿਮੀਨਲ ਲਾਇਬਿਲਿਟੀ ਤੋਂ ਇੱਕ ਪ੍ਰਿਵਿਲੇਜ ਮਿਲੀ ਹੋਈ ਹੈ, ਛੋਟ ਮਿਲੀ ਹੋਈ ਹੈ? ਸੋ ਕਿਸੇ ਵੀ ਜੱਜ ਦਾ, ਜੇ ਕੋਈ ਜੱਜ ਆਪਣੀ ਜੁਡੀਸ਼ੀਅਲ ਕਪੈਸਿਟੀ ਦੇ ਅੰਦਰ, ਜੁਡੀਸ਼ੀਅਲ ਪਾਵਰ ਦੇ ਅੰਦਰ ਗੁੱਡ ਫੇਥ, ਸਹੀ ਨੀਅਤ ਦੇ ਨਾਲ ਕੋਈ ਡਿਸੀਜਨ ਲੈਂਦਾ ਹੈ, ਕੋਈ ਲਾਅ ਦੇ ਵਿੱਚ ਬਿਲੀਵ ਕਰਕੇ ਆਪਣੀ ਪਾਵਰ ਨੂੰ ਯੂਜ਼ ਕਰਦਾ ਹੈ, ਤਾਂ ਉਹਨਾਂ ਉੱਤੇ ਕੋਈ ਵੀ ਧਾਰਾ ਨਹੀਂ ਲੱਗੂ, ਕੋਈ ਆਫੈਂਸ ਨਹੀਂ ਮੰਨਿਆ ਜਾਊਗਾ ਜੱਜ ਦੀ ਉਸ ਪਾਵਰ ਨੂੰ ਜੋ ਐਕਸਰਸਾਈਜ਼ ਕਰ ਰਿਹਾ ਹੈ। ਸੋ ਬਾਈ ਅ ਜੱਜ ਵੈਨ ਐਕਟਿੰਗ ਜੁਡੀਸ਼ੀਅਲੀ, ਜਦੋਂ ਉਹ ਆਪਣੀ ਜੁਡੀਸ਼ੀਅਲ ਪਾਵਰ ਦੇ ਅੰਤਰਗਤ ਕੰਮ ਕਰ ਰਹੇ ਨੇ, ਲਾਅ ਦੇ ਅੰਦਰ ਰਹਿ ਕੇ। 13 ਕੁਐਸਚਨ ਹੈ ਇੰਪ੍ਰਿਜ਼ਨਮੈਂਟ ਕਿੰਨੇ ਤਰ੍ਹਾਂ ਦੀ ਹੈ? ਸੋ ਆਈਪੀਸੀ ਦੇ ਅੰਦਰ 3 ਤਰ੍ਹਾਂ ਦੀ ਹੈ, ਇੱਕ ਹੈ ਸਿੰਪਲ, ਰੀਗਰਸ ਤੇ ਇੱਕ ਆਉਂਦੀ ਹੁੰਦੀ ਹੈ ਸੋਲਿਟਰੀ ਕਨਫਾਈਨਮੈਂਟ, ਆਪਸ਼ਨ ਸੀ। offense of giving false evidence is known as dash under English law। ਕੋਈ ਗਲਤ ਐਵੀਡੈਂਸ ਦੇ ਰਿਹਾ, ਗਲਤ ਸਬੂਤ ਕੋਰਟ ਵਿੱਚ ਪੇਸ਼ ਕਰ ਰਿਹਾ, ਕੋਰਟ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੰਗਲਿਸ਼ ਲਾਅ ਦੇ ਅੰਦਰ ਇਹਦੇ ਲਈ ਜਿਹੜਾ ਵਰਡ ਯੂਜ਼ ਕੀਤਾ ਜਾਂਦਾ ਸੀ that is perjury, option D। this is very very important। death sentence ਕਿਹੜੇ ਕੇਸ ਵਿੱਚ ਇਹਨਾਂ ਚਾਰਾਂ ਚੋਂ ਦਿੱਤੀ ਜਾ ਸਕਦੀ ਹੈ? ਸੋ ਇਹਨਾਂ ਚਾਰਾਂ ਵਿੱਚੋਂ ਆਈਪੀਸੀ ਦੀ ਧਾਰਾ 121 ਦੇ ਅੰਦਰ ਡੈਥ ਸੈਂਟੈਂਸ ਦਿੱਤੀ ਜਾ ਸਕਦੀ ਹੈ। ਸੈਕਸ਼ਨ 121 ਹੈ ਕੀ? ਸੈਕਸ਼ਨ 21 ਡੀਲ ਕਰਦਾ ਵੇਜਿੰਗ ਵਾਰ, ਜਦੋਂ ਕੋਈ ਸਰਕਾਰ ਦੇ ਖਿਲਾਫ, ਸਰਕਾਰ ਨੂੰ ਹਟਾਉਣ ਦੇ ਲਈ ਕੋਈ ਛੜਯੰਤਰ ਰਚਦਾ ਹੈ। ਸੋ that is 121 ਧਾਰਾ। ਅਗਲਾ ਹੈ ਰਾਈਟ ਮਸਟ ਬੀ ਮਿਨੀਮਮ ਡੈਸ਼ ਮੈਂਬਰ ਪਰਸਨ। ਦੰਗੇ ਕਰਨ ਦੇ ਲਈ ਘੱਟੋ ਘੱਟ 5 ਪਰਸਨ ਦਾ ਹੋਣਾ ਜ਼ਰੂਰੀ ਹੈ, ਆਪਸ਼ਨ ਡੀ।
ਨੈਕਸਟ ਹੈ ਇਹਨਾਂ ਚਾਰਾਂ ਦੇ ਵਿੱਚੋਂ ਕਿੱਥੇ ਡੈਥ ਸੈਂਟੈਂਸ ਦਿੱਤੀ ਜਾ ਸਕਦੀ ਹੈ, ਮੌਤ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਸੋ ਉਹ ਹੈ 302 ਮਰਡਰ ਦੇ ਲਈ। Which of the following section have been inserted by IPC Criminal Law Amendment 2013? 2013 ਦੀ ਅਮੈਂਡਮੈਂਟ ਵਰਮਾ ਕਮੇਟੀ ਦੇ ਆਧਾਰ ਉੱਤੇ ਕੀਤੀ ਗਈ ਸੀ। ਬਹੁਤ ਸਾਰੇ ਨਵੇਂ ਸੈਕਸ਼ਨ ਐਡ ਕੀਤੇ ਗਏ। ਐਸਿਡ ਅਟੈਕ ਨੂੰ ਇਹਦੇ ਅੰਦਰ ਮੇਨ ਧਿਆਨ ਚ ਰੱਖਿਆ ਗਿਆ। ਸੋ ਇਹਦੇ ਲਈ ਜਿਹੜੀ ਧਾਰਾ ਹੈ, ਇੱਕ ਤਾਂ ਰੇਪ ਨੂੰ ਲੈ ਕੇ ਪਨਿਸ਼ਮੈਂਟਸ ਨੂੰ ਇਨਹਾਂਸ ਕੀਤਾ ਗਿਆ, ਨਵੇਂ ਸੈਕਸ਼ਨ ਐਡ ਕੀਤੇ ਗਏ, ਵਿਮਨ ਦੀ ਮੋਡੈਸਟੀ ਨੂੰ ਲੈ ਕੇ ਕਾਫੀ ਸਾਰੀਆਂ ਹੋਰ ਚੀਜ਼ਾਂ ਸੀ ਜਿਨ੍ਹਾਂ ਨੂੰ ਲੈ ਕੇ ਐਡ ਕੀਤੇ ਗਏ ਨਵੇਂ ਸੈਕਸ਼ਨ। ਸੋ ਇਹਨਾਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਤਾਂ ਪੰਜੋ ਹੀ ਸੈਕਸ਼ਨ ਇਨਸਰਟ ਕੀਤੇ ਗਏ 2013 ਦੀ ਅਮੈਂਡਮੈਂਟ ਦੇ ਨਾਲ IPC 1860 ਦੇ ਅੰਦਰ। ਸੋ ਰਾਈਟ ਆਨਸਰ ਕੀ ਰਹੂਗਾ? ਆਪਸ਼ਨ ਡੀ, ਆਲ ਦੀ ਅਬਵ। ਪੇਪਰ ਦੇ ਲਈ ਤੁਹਾਡੇ ਲਈ 166 A B ਬਹੁਤ ਇੰਪੋਰਟੈਂਟ ਹੈ, ਕਿਉਂਕਿ ਇਹ ਗੱਲ ਕਰਦੇ ਨੇ ਜੇ ਕੋਈ ਪਬਲਿਕ ਸਰਵੈਂਟ ਸਰਕਾਰੀ ਕੋਈ ਜੌਬ ਕਰ ਰਿਹਾ ਤੇ ਉਹ ਕੋਈ ਲਾਅ ਓਬੇ ਨਹੀਂ ਕਰਦਾ, ਸਰਕਾਰ ਦਾ ਕੋਈ ਡਾਇਰੈਕਸ਼ਨ ਹੈ ਉਹਨੂੰ ਫੋਲੋ ਨਹੀਂ ਕਰਦਾ, ਓਬੇ ਨਹੀਂ ਕਰਦਾ, ਤਾਂ ਉੱਥੇ ਕੀ ਸਜ਼ਾ ਰਹੂਗੀ। ਅਗਲਾ ਕੁਐਸਚਨ ਹੈ, ਅਕੋਰਡਿੰਗ ਟੂ ਕ੍ਰਿਮੀਨਲ ਲਾਅ ਅਮੈਂਡਮੈਂਟ 2013 ਰਾਈਟ ਟੂ ਪ੍ਰਾਈਵੇਟ ਡਿਫੈਂਸ, ਪ੍ਰਾਈਵੇਟ ਡਿਫੈਂਸ ਵਾਲੀ ਗੱਲ ਕਿਹਦੇ ਚ ਆਉਂਦੀ ਹੈ? ਜਨਰਲ ਐਕਸੈਪਸ਼ਨ ਦੇ ਅੰਦਰ, ਜਿੱਥੇ ਤੁਹਾਨੂੰ ਛੋਟ ਹੈ of body extend to voluntarily causing death। ਕਿਹੜਾ ਕੇਸ ਹੈ ਜਿੱਥੇ ਤੁਸੀਂ ਆਪਣੇ ਖੁਦ ਦੇ ਬਚਾਅ ਦੇ ਲਈ ਸਾਹਮਣੇ ਵਾਲੇ ਪਰਸਨ ਦੀ ਜੋ ਤੁਹਾਡੇ ਤੇ ਅਟੈਕ ਕਰ ਰਿਹਾ ਕਾਨੂੰਨ ਦੇ ਅਨੁਸਾਰ ਉਹਦੀ ਡੈਥ ਵੀ ਕਾਜ਼ ਕਰ ਸਕਦੇ ਹੋ। ਸੋ ਉਹ ਹੈ ਐਸਿਡ ਅਟੈਕ। ਜੇ ਤੁਹਾਨੂੰ ਲੱਗ ਰਿਹਾ ਕੋਈ ਤੁਹਾਡੇ ਤੇ ਐਸਿਡ ਅਟੈਕ ਕਰਨ ਜਾ ਰਿਹਾ ਹੈ ਤਾਂ ਤੁਸੀਂ ਆਪਣੇ ਬਚਾਅ ਦੇ ਲਈ ਪ੍ਰਾਈਵੇਟ ਡਿਫੈਂਸ ਦਾ ਰਾਈਟ ਫੋਲੋ ਕਰਕੇ ਆਪਣੀ ਬਾਡੀ ਨੂੰ ਬਚਾਉਣ ਦੇ ਲਈ ਤੁਸੀਂ ਉਸ ਪਰਸਨ ਦੀ ਡੈਥ ਵੀ ਕਾਜ਼ ਕਰ ਸਕਦੇ ਹੋ। ਟੂ ਇਸਟੈਬਲਿਸ਼ ਸੈਕਸ਼ਨ 34 ਆਫ IPC ਕੀ ਹੋਣਾ ਜ਼ਰੂਰੀ ਹੈ? ਸੈਕਸ਼ਨ 34 ਦੇ ਲਈ ਕਾਮਨ ਇੰਟੈਂਸ਼ਨ ਹੋਣੀ ਜ਼ਰੂਰੀ ਹੈ। ਹਰ ਕਿਸੇ ਦਾ ਜੋ ਵੀ ਅਪਰਾਧ ਕਰਨ ਜਾ ਰਿਹਾ ਹੈ ਕਾਮਨ ਇੰਟੈਂਸ਼ਨ ਦੇ ਤਹਿਤ ਉਹਨਾਂ ਦੇ ਆਪਸ ਦੇ ਵਿੱਚ ਮੀਟਿੰਗ ਆਫ ਮਾਈਂਡ ਹੋਣਾ ਜ਼ਰੂਰੀ ਹੈ। ਇੱਕ ਪਹਿਲਾਂ ਤੋਂ ਪ੍ਰੀ ਅਰੇਂਜਡ ਪਲਾਨ ਦਾ ਹੋਣਾ ਜ਼ਰੂਰੀ ਹੈ, ਫਿਰ ਸੈਕਸ਼ਨ 34 ਦੇ ਅੰਦਰ ਉਹਦੀ ਪਨਿਸ਼ਮੈਂਟ ਲੱਗੂਗੀ। XY Z ਦਾ ਮਰਡਰ ਕਰਨ ਜਾ ਰਹੇ ਨੇ, X ਬਾਹਰ ਖੜ ਜਾਂਦਾ, ਉਹਦੇ ਹੱਥ ਦੇ ਵਿੱਚ ਇੱਕ ਸਪੀਅਰ ਹੁੰਦਾ, ਪਰ ਉਹ ਆਪ Z ਨੂੰ ਮਾਰਦਾ ਨਹੀਂ। X ਤੇ Y ਦੋਨੋਂ ਜਾਣੇ Z ਦਾ ਮਰਡਰ ਕਰਨ ਗਏ, X ਅੰਦਰ ਜਾਂਦਾ Z ਨੂੰ ਮਾਰਨ ਦੇ ਲਈ, Y ਬਾਹਰ ਖੜ ਕੇ ਦੇਖਦਾ ਕਿ ਕੋਈ ਆ ਤਾਂ ਨਹੀਂ ਰਿਹਾ, ਸੋ Y Z ਨੂੰ ਮਾਰਦਾ। ਉਰੇ ਹੁਣ Z ਦੇ ਮਰਡਰ ਦੇ ਲਈ ਕੌਣ ਲਾਇਬਲ ਹੈ? ਸੋ ਕੀ ਉਰੇ ਕੱਲਾ X ਦੇ ਉੱਤੇ ਮਰਡਰ ਦੀ ਸਜ਼ਾ ਲੱਗੂਗੀ? The answer is no। ਸੋ X ਤੇ Y ਦੋਨੋਂ ਹੀ Z ਦੇ ਮਰਡਰ ਦੇ ਲਈ ਲਾਇਬਲ ਨੇ। ਚਾਹੇ X ਨੇ ਮਰਡਰ ਕੀਤਾ, Y ਸਿਰਫ ਬਾਹਰ ਖੜਿਆ ਸੀ, ਪਰ ਉਰੇ ਇੰਟੈਂਸ਼ਨ ਮਨਸ਼ਾ ਕੀ ਸੀ? ਦੋਨਾਂ ਦੀ ਇੰਟੈਂਸ਼ਨ ਸੀ ਮੈਂਜ਼ਰੀਆ, ਜਿਹਨੂੰ ਆਪਾਂ ਲੀਗਲ ਭਾਸ਼ਾ ਦੇ ਅੰਦਰ ਕਹਿ ਦਿੰਦੇ ਆ ਕਿ ਇੰਟੈਂਸ਼ਨ ਦੇਖੀ ਜਾਂਦੀ ਹੈ, ਕ੍ਰਿਮੀਨਲ ਮਾਈਂਡ ਦੇਖਿਆ ਜਾਂਦਾ, ਗਿਲਟੀ ਮਾਈਂਡ। ਸੋ ਗਿਲਟੀ ਮਾਈਂਡ ਉਰੇ ਦੋਨਾਂ ਦਾ ਹੈ, ਦੋਨੋਂ ਹੀ ਮਰਡਰ ਦੇ ਲਈ ਸਜ਼ਾ ਭੁਗਤਣਗੇ। ਅਗਲਾ ਹੈ ਇਲੀਗਲ ਦਾ ਕੀ ਮਤਲਬ ਹੈ? ਇਲੀਗਲ ਦਾ ਮਤਲਬ ਹੈ ਕੋਈ ਵੀ ਚੀਜ਼ ਜਿਹੜੀ ਅਪਰਾਧ ਹੈ, ਜਿਹਨੂੰ ਲਾਅ ਨੇ ਰੋਕਿਆ ਹੋਇਆ, ਪ੍ਰੋਹਿਬਿਟ ਕੀਤਾ ਹੋਇਆ, ਜਾਂ ਜਿਹਦੇ ਆਧਾਰ ਉੱਤੇ ਸਿਵਲ ਐਕਸ਼ਨ ਲਿਆ ਜਾ ਸਕਦਾ ਹੈ। ਸੋ ਸਾਰੀਆਂ ਚੀਜ਼ਾਂ ਹੀ ਇਲੀਗਲ ਨੇ। ਆਪਸ਼ਨ ਡੀ, ਆਲ ਦੀ ਅਬਵ। 498 A IPC ਦੇ ਅੰਦਰ ਕਿਸ ਤਰ੍ਹਾਂ ਦੀ ਕ੍ਰੂਐਲਿਟੀ ਦੀ ਗੱਲ ਹੁੰਦੀ ਹੈ? ਇਹਦੇ ਅੰਦਰ ਵਿਮਨ ਦੀ ਹਰਾਸਮੈਂਟ ਦੀ ਗੱਲ ਹੁੰਦੀ ਹੈ ਬਾਈ ਹਸਬੈਂਡ ਐਂਡ ਰਿਲੇਟਿਵ ਆਫ ਹਸਬੈਂਡ। ਸੈਕਸ਼ਨ 73 ਗੱਲ ਕਰਦਾ ਜੇ ਕਿਸੇ ਨੂੰ ਸੋਲਿਟਰੀ ਕਨਫਾਈਨਮੈਂਟ 'ਚ ਰੱਖਣਾ, ਮਤਲਬ ਜੇਲ੍ਹ ਦੇ ਅੰਦਰ ਉਹਨੂੰ ਕਿਸੇ ਨੂੰ ਦਿਖਾਉਣਾ ਨਹੀਂ, ਉਹਨੂੰ ਬਿਲਕੁਲ ਕੱਲਾ ਰੱਖਣਾ ਹੈ, ਬਾਕੀ ਪ੍ਰਿਜ਼ਨਰਸ ਦੇ ਨਾਲ ਗੱਲਬਾਤ ਨਹੀਂ ਕਰਨ ਦੇਣੀ, ਉਹਨੂੰ ਬਿਲਕੁਲ ਇਹ ਸੋਚ ਲਓ ਕਿ ਬਾਕੀ ਸਾਰੀ ਦੁਨੀਆ ਤੋਂ ਅਲੱਗ ਕਰਕੇ ਰੱਖਣਾ। ਸੋ ਉਹਦੇ ਲਈ ਮੈਕਸਿਮਮ ਲਿਮਿਟ ਹੈ 3 ਮਹੀਨੇ ਦੀ। 3 ਮਹੀਨੇ ਤੋਂ ਜ਼ਿਆਦਾ ਟੋਟਲ ਕਿਸੇ ਨੂੰ ਵੀ ਸੋਲਿਟਰੀ ਕਨਫਾਈਨਮੈਂਟ ਵਿੱਚ ਨਹੀਂ ਰੱਖਿਆ ਜਾ ਸਕਦਾ। ਨੈਕਸਟ ਇੱਕ ਇੰਪੋਰਟੈਂਟ ਮੈਗਜ਼ੀਮ ਹੈ ਇਗਨੋਰੈਂਸ਼ੀਆ ਜੂਰਿਸ ਨॉन ਐਗਜ਼ੂਸੈਟ ਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਇਗਨੋਰੈਂਸ ਆਫ ਲਾਅ ਇਜ਼ ਨੋ ਐਕਸਕਿਊਜ਼। ਇਹ ਨਹੀਂ ਕਿ ਤੁਸੀਂ ਚਾਹੇ ਅਨਪੜ੍ਹ ਹੋ, ਭਾਰਤ ਦੇ ਨਾਗਰਿਕ ਹੋ, ਭਾਰਤ ਦੇ ਅੰਦਰ ਜੋ ਵੀ ਲਾਅ ਬਣ ਗਿਆ ਇਹ ਮੰਨਿਆ ਜਾਂਦਾ, ਪ੍ਰੀਜ਼ਿਊਮ ਕੀਤਾ ਜਾਂਦਾ ਕਿ ਤੁਹਾਨੂੰ ਉਸ ਲਾਅ ਦੀ ਜਾਣਕਾਰੀ ਹੈ। ਕੋਈ ਪਰਸਨ ਇਹ ਨਹੀਂ ਕਹਿ ਸਕਦਾ ਕਿ ਮੈਂ ਤਾਂ ਅਨਪੜ੍ਹ ਹਾਂ, ਮੈਨੂੰ ਤਾਂ ਪਤਾ ਹੀ ਨਹੀਂ ਕਿ ਮਰਡਰ ਕਰਨਾ ਅਪਰਾਧ ਹੈ। ਸੋ ਲਾਅ ਦੀ ਇਗਨੋਰੈਂਸ ਕੋਈ ਐਕਸਕਿਊਜ਼ ਨਹੀਂ ਹੈ। ਅੰਡਰ ਵਿਚ ਨੇਮ IPC ਕੇਮ ਇਨਟੂ ਐਪਲੀਕੇਸ਼ਨ ਇਨ ਜੰਮੂ ਐਂਡ ਕਸ਼ਮੀਰ। ਹੁਣ 2019 ਤੋਂ ਬਾਅਦ ਜਦੋਂ ਸਟੇਟ ਰੀਆਰਗਨਾਈਜੇਸ਼ਨ ਐਕਟ ਪਾਸ ਹੋਇਆ, ਜੰਮੂ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾਤਾ। ਅਨੁਛੇਦ 370
ਆਰਟੀਕਲ 370 ਸੰਵਿਧਾਨ ਚੋਂ ਹਟਾਤਾ। ਹੁਣ ਤਾਂ ਆਈਪੀਸੀ ਹੀ ਲਾਗੂ ਹੁੰਦਾ ਜੰਮੂ ਕਸ਼ਮੀਰ ਤੇ। ਪਰ 2019 ਤੱਕ, ਜਦੋਂ ਤੱਕ ਜੰਮੂ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਆਫੀਸ਼ੀਅਲੀ ਮੰਨਿਆ ਜਾ ਰਿਹਾ ਸੀ, ਉਦੋਂ ਤੱਕ ਜੰਮੂ ਕਸ਼ਮੀਰ ਦਾ ਆਪਣਾ ਪੀਨਲ ਕੋਡ ਸੀ, ਜਿਹਦਾ ਨਾਮ ਸੀ ਰਣਬੀਰ ਪੀਨਲ ਕੋਡ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਫॉर एग्जाम। ਨੈਕਸਟ ਹੈ ਪੁਟਿੰਗ ਔਰ ਅਟੈਂਪਟਿੰਗ ਟੂ ਪੁੱਟ ਅ ਪਰਸਨ ਇਨ ਫੀਅਰ ਆਫ ਡੈਥ। ਕਿਸੇ ਨੂੰ ਤੁਸੀਂ ਡਰਾ ਰਹੇ ਹੋ, ਧਮਕਾ ਰਹੇ ਹੋ, ਉਹਨੂੰ ਇਹ ਕਹਿ ਰਹੇ ਹੋ ਕਿ ਮੈਂ ਤੈਨੂੰ ਮਾਰ ਦੂੰ in order to commit extortion, ਉਹਦੇ ਤੋਂ ਕੋਈ valuable ਚੀਜ਼ ਲੈਣ ਦੇ ਲਈ। ਸੋ extortion ਦੇ ਨਾਲ ਜਦੋਂ fear ਤੇ of death ਤੇ grievous hurt ਜੁੜ ਜਾਂਦਾ ਤਾਂ ਇਹਦੀ ਸਜ਼ਾ ਮਿਲਦੀ ਹੈ 387 IPC option C। cheating, thereby dishonestly inducing delivery of property, making alteration, destruction valuable property, ਇਸ ਚੀਜ਼ ਨੂੰ ਕਿਹਾ ਜਾਂਦਾ ਹੈ 420 ਆਪਸ਼ਨ ਡੀ। ਤੁਸੀਂ ਕਿਸੇ ਨੂੰ ਡਿਸੀਟ ਕਰ ਰਹੇ ਹੋ, ਧੋਖਾ ਦੇ ਰਹੇ ਹੋ, ਚੀਟ ਕਰ ਰਹੇ ਹੋ, ਧੋਖਾ ਕਰਕੇ ਕਿਸੇ ਦੀ ਪ੍ਰਾਪਰਟੀ ਦੀ ਵੈਲਿਊਏਬਲ ਚੀਜ਼ ਦੀ ਡਿਲੀਵਰੀ ਲੈ ਰਹੇ ਹੋ। ਸੋ ਇਹ ਹੋਗੀ 420। A had argument with B, ਤੇ A ਨੇ ਕਿਹਾ B ਨੂੰ ਕਿ ਤੂੰ ਘਰ ਛੱਡ ਕੇ ਚਲੀ ਜਾ। B ਨੇ ਮਨਾ ਕਰਤਾ। A struck her on the head and rendered her unconscious, A ਨੇ B ਦੇ ਮਾਰਿਆ, B ਉਹਦੇ ਮਾਰਨ ਦੇ ਨਾਲ ਬੇਹੋਸ਼ ਹੋ ਗਈ। A ਨੇ B ਨੂੰ ਖਿੱਚਿਆ, ਪਾਰਕਿੰਗ ਲੋਟ ਤੱਕ ਲੈ ਕੇ ਗਏ। B ਦਾ ਜਦੋਂ ਨੂੰ ਖਿੱਚ ਕੇ A ਲੈ ਕੇ ਆ ਰਿਹਾ ਸੀ, ਸਿਰ ਸੀ ਜਿਹੜਾ ਉਹ ਰਸਤੇ ਵਿੱਚ ਇੱਕ ਪੇਵਮੈਂਟ ਸੀ, ਉਹਦੇ 'ਚ ਟਕਰਾਇਆ ਤੇ B ਦੀ ਡੈਥ ਹੋ ਗਈ। ਹੁਣ ਉਰੇ ਕੀ ਲਾਇਬਿਲਿਟੀ ਬਣਦੀ ਹੈ? ਸੋ ਉਰੇ A ਰਿਸਪੌਂਸਿਬਲ ਹੈ B ਦੀ ਡੈਥ ਦਾ, ਮਰਡਰ ਦੇ ਲਈ, ਕਿਉਂਕਿ A ਦੀ ਗਲਤੀ ਕਰਕੇ, A ਦੀ ਨੈਗਲੀਜੈਂਸ ਕਰਕੇ, ਜਿਹੜਾ A ਉਹਨੂੰ ਖਿੱਚ ਕੇ ਲੈ ਕੇ ਆ ਰਿਹਾ ਸੀ, ਉਹਦੇ ਰਿਜ਼ਲਟ ਕਰਕੇ B ਦੀ ਡੈਥ ਹੋਈ। ਸੋ ਆਪਸ਼ਨ C ਇਜ਼ ਦ ਰਾਈਟ ਆਂਸਰ। ਉਰੇ ਆਪਾਂ ਇਹ ਨਹੀਂ ਕਿ A ਨੂੰ ਸਿਰਫ ਗ੍ਰੀਵੀਅਸ ਹਰਟ ਜਾਂ ਅਸੌਲਟ ਦੇ ਲਈ ਸਜ਼ਾ ਦੇ ਦਾਂਗੇ। ਉਰੇ A ਨੇ ਜੋ ਕੀਤਾ ਉਹਦਾ ਰਿਜ਼ਲਟ ਸੀ B ਦੀ ਡੈਥ, ਸੋ ਉਹਨੂੰ ਸਜ਼ਾ ਮਿਲੂਗੀ ਡੈਥ ਦੀ। ਰੋਬਰੀ ਦੇ ਲਈ ਕਿਹੜਾ ਸੈਕਸ਼ਨ ਹੈ? ਸੋ ਇਹਦੇ ਲਈ ਹੈ 392 ਧਾਰਾ IPC ਦੀ। promoting enmity between class in place of worship etc, ਕੋਈ ਟੈਂਪਲ ਹੈ, ਮੰਦਿਰ, ਮਸਜਿਦ ਹੈ, ਉੱਥੇ ਤੁਸੀਂ ਕਿਸੇ ਕਲਾਸ ਦੇ ਲੋਕਾਂ ਦੇ ਵਿੱਚ ਕਿਸੇ ਦੂਜੇ ਧਰਮ ਦੇ ਲਈ ਜਾਂ ਕਲਾਸ ਦੇ ਲੋਕਾਂ ਦੇ ਲਈ ਇੱਕ ਮਨਾਂ ਦੇ ਅੰਦਰ द्वेष ਪੈਦਾ ਕਰ ਰਹੇ ਹੋ, ਐਨਮਿਟੀ ਪੈਦਾ ਕਰ ਰਹੇ ਹੋ, ਉਹਨਾਂ ਦੇ ਅੰਦਰ ਹੇਟਰੇਟ ਪੈਦਾ ਕਰ ਰਹੇ ਹੋ, ਤਾਂ ਇਹਦੀ ਸਜ਼ਾ ਮਿਲੂਗੀ 153 A ਆਪਸ਼ਨ A। ਨੈਕਸਟ ਹੈ ਕੁਐਸਚਨ 32। A ਨੇ Z ਨੂੰ 50 ਵਾਰੀ ਕਿਸੇ ਸੋਟੀ ਦੇ ਨਾਲ ਮਾਰਿਆ। A ਨੇ ਜਿੰਨੀ ਵਾਰੀ ਮਾਰਿਆ ਉਨੀ ਵਾਰੀ ਉਹਨੂੰ ਹਰਟ ਹੋਇਆ। ਸੋ ਇਹ ਜਿਹੜਾ ਇਨਸੀਡੈਂਟ ਹੈ ਇਹ ਹਰਟ ਦਾ ਕੇਸ ਬਣਦਾ। ਸੈਕਸ਼ਨ 71 ਦੇ ਅਨੁਸਾਰ ਪਨਿਸ਼ਮੈਂਟ ਕਿਸ ਅਕੋਰਡਿੰਗ ਡਿਸਾਈਡ ਕੀਤੀ ਜਾਓ? ਕੀ ਉਰੇ ਜਿੰਨੀ ਵਾਰੀ ਸੋਟੀ ਨਾਲ ਮਾਰਿਆ, ਜਿੰਨੀ ਵਾਰੀ ਕੁੱਟਿਆ, ਓਨੀ ਵਾਰੀ ਅਲੱਗ ਤੋਂ ਸਜ਼ਾ ਮਿਲੂਗੀ? ਸੋ ਆਨਸਰ ਇਜ਼ ਨੋ। A is liable to one punishment for the whole beating। ਨੈਕਸਟ ਲਾਸਟ ਕੁਐਸਚਨ ਹੈ ਮਰਡਰ ਦੇ ਲਈ ਭਾਰਤ ਦੇ ਅੰਦਰ ਕੀ ਪਨਿਸ਼ਮੈਂਟ ਹੈ? ਸੋ ਮਰਡਰ ਦੇ ਲਈ ਡੈਥ ਜਾਂ ਫਿਰ ਲਾਈਫ ਇੰਪ੍ਰਿਜ਼ਨਮੈਂਟ ਤੇ ਨਾਲ ਫਾਈਨ। ਸੋ ਰਾਈਟ ਆਂਸਰ ਕੀ ਬਣਦਾ? ਆਪਸ਼ਨ ਡੀ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਫॉर एग्जाम। A और B, A और B ਦਾ ਮਤਲਬ ਹੈ ਜਾਂ ਡੈਥ ਸੈਂਟੈਂਸ ਜਾਂ ਫਿਰ ਉਮਰ ਕੈਦ। ਐਂਡ ਦਾ ਮਤਲਬ ਹੈ ਕਿ ਇਹ ਕੰਪਲਸਰੀ ਹੈ, ਫਾਈਨ ਲੱਗੂਗਾ ਹੀ ਲੱਗੂਗਾ, ਚਾਹੇ ਡੈਥ ਦੀ ਸਜ਼ਾ ਸੁਣਾਈ ਜਾ ਰਹੀ ਹੈ, ਚਾਹੇ ਇੰਪ੍ਰਿਜ਼ਨਮੈਂਟ ਫॉर ਲਾਈਫ ਦੀ ਹੈ। ਸੋ ਇਹ ਸੀ ਅੱਜ ਦਾ ਇੰਪੋਰਟੈਂਟ ਲੈਕਚਰ। Please do like, share, comment and subscribe to my channel if you are visiting it for the first time. Thank you and good luck.